ਸਤਿ ਸ਼੍ਰੀ ਅਕਾਲ। PNC ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ ਕੀਤੀ ਪ੍ਰੈਸ ਵਾਰਤਾ ਤਾਂ ਕਈ ਮੁੱਦਿਆਂ ਤੇ ਦਿੱਤੀ ਜਾਣਕਾਰੀ। ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ ਕਦੋਂ ਤੱਕ ਕੈਨੇਡਾ ਵਿੱਚ ਮੁੜ ਤੋਂ ਹੋ ਸਕਦਾ ਹੈ ਆਮ ਵਰਗਾ ਮਾਹੌਲ। ਜਗਮੀਤ ਸਿੰਘ ਆਏ ਹੋਟਲ ਕਾਮਿਆਂ ਦੇ ਪੱਖ ਵਿੱਚ। ਬ੍ਰਿਟਿਸ਼ ਕੋਲੰਬੀਆ 'ਚ ਲੰਮੇ ਸਮੇਂ ਤੋਂ ਹੱਕਾਂ ਦੀ ਮੰਗ ਕਰ ਰਹੇ ਹੋਟਲ ਕਾਮਿਆਂ ਦੇ ਲਈ ਕੀ ਕੁਝ ਕਿਹਾ, ਦੱਸਾਂਗੇ ਤੁਹਾਨੂੰ। ਗ੍ਰੇਟਰ ਟੋਰਾਂਟੋ ਖੇਤਰ ਵਿੱਚ ਸਬਵੇ ਤੇ LRT ਸਮੇਤ ਹੋਰ ਪ੍ਰੋਜੈਕਟ। ਟਰੂਡੋ ਸਰਕਾਰ ਦੇ ਵੱਲੋਂ ਅੱਜ ਵੱਡੇ ਨਿਵੇਸ਼ ਦਾ ਐਲਾਨ। ਓਨਟਾਰੀਓ ਸਰਕਾਰ ਨੇ ਬਜ਼ੁਰਗਾਂ ਦੇ ਲਈ ਕੀਤਾ ਐਲਾਨ। ਦੰਦਾਂ ਦੇ ਮੁਫਤ ਇਲਾਜ ਦੇ ਲਈ ਯੋਗਤਾ 'ਚ ਵਾਧਾ। ਦੱਸਾਂਗੇ ਹੁਣ ਕਿਹਨਾਂ ਦੇ ਲਈ ਸਹੂਲਤ ਹੋਵੇਗੀ ਮੌਜੂਦ। ਓਨਟਾਰੀਓ ਵਿੱਚ ਅੱਜ ਬਣਾਇਆ ਗਿਆ ਐਕਸ਼ਨ ਔਨ ਲੀਟਰ ਨਾਲ ਸੰਬੰਧਿਤ ਦਿਨ। ਦੱਸਾਂਗੇ ਓਨਟਾਰੀਓ ਵਾਸੀਆਂ ਦੇ ਲਈ ਡਗ ਫੋਰਡ ਨੇ ਕੀ ਕਿਹਾ। ਵਿਨੀਪੈਗ ਵਿੱਚ ਇੱਕ ਅਪਾਰਟਮੈਂਟ 'ਚੋਂ ਮਿਲੀ 27 ਸਾਲਾ ਲੜਕੀ ਦੀ ਮ੍ਰਿਤਕ ਦੇਹ। ਪੁਲਿਸ ਮੁਤਾਬਕ ਕਤਲ ਦਾ ਹੈ ਮਾਮਲਾ। ਇਸ ਨਾਲ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ ਪ੍ਰੈਸ ਵਾਰਤਾ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਕੈਨੇਡਾ ਵਿੱਚ COVID-19 ਦੇ ਦੌਰਾਨ ਦੇ ਬਣੇ ਤਾਜ਼ਾ ਹਾਲਾਤ ਦੇ ਬਾਰੇ ਤਾਂ ਜ਼ਿਕਰ ਕੀਤਾ ਹੀ ਤੇ ਨਾਲ ਹੀ ਇਸ ਨਾਲ ਲੜਨ ਦੇ ਵਾਸਤੇ ਜੋ ਕਦਮ ਚੁੱਕੇ ਜਾ ਰਹੇ ਨੇ, COVID-19 ਦੇ ਟੀਕਿਆਂ ਦੀ ਸਪਲਾਈ ਦੇ ਬਾਰੇ ਵੀ ਜਾਣਕਾਰੀ ਦਿੱਤੀ ਤਾਂ ਨਾਲ ਹੀ ਉਹਨਾਂ ਨੇ ਖਾਸ ਤੌਰ ਦੇ ਉੱਤੇ ਇੱਥੇ ਉਹ ਜ਼ਿਕਰ ਕੀਤਾ ਜੋ ਸਾਰੇ ਹੀ ਕੈਨੇਡਾ ਵਾਸੀ ਲੰਮੇ ਸਮੇਂ ਤੋਂ ਸੁਣਨਾ ਵੀ ਚਾਹੁੰਦੇ ਨੇ, ਜਿਸ ਦੇ ਵਿੱਚ ਸਵਾਲ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਿਹਤ ਅਧਿਕਾਰੀਆਂ ਨੂੰ ਬਾਰ-ਬਾਰ ਪੁੱਛੇ ਗਏ ਨੇ ਕਿ ਆਖਿਰ ਕਦੋਂ ਆਮ ਵਰਗਾ ਮਾਹੌਲ ਕੈਨੇਡਾ ਦੇ ਵਿੱਚ ਹੋਵੇਗਾ, ਕਿ ਮੁੜ ਤੋਂ ਕਦੋਂ ਇਕੱਠ ਕੀਤੇ ਜਾ ਸਕਣਗੇ ਤੇ ਆਪਣਿਆਂ ਨੂੰ ਮਿਲਿਆ ਜਾ ਸਕੇਗਾ। ਤਾਂ ਇਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀ ਕਿਹਾ ਉਹ ਤੁਹਾਨੂੰ ਦੱਸਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉਸ ਦੇ ਵਿੱਚ ਕਈ ਗੱਲਾਂ ਦਾ ਜ਼ਿਕਰ ਉਹਨਾਂ ਨੇ ਕੀਤਾ। ਖਾਸ ਤੌਰ ਦੇ ਉੱਤੇ ਕੈਨੇਡਾ ਭਰ ਵਿੱਚ COVID-19 ਦੇ ਟੀਕੇ ਲੱਗਣ ਦੀ ਜੋ ਗਿਣਤੀ ਹੈ ਉਸ ਦੇ ਬਾਰੇ ਜ਼ਿਕਰ ਕਰਦੇ ਹੋਏ ਤੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਥੇ ਕਿਹਾ ਕਿ ਉਹ ਸਾਰੇ ਚਾਹੁੰਦੇ ਨੇ ਕਿ ਜੋ ਗਰਮੀਆਂ ਆਉਣ ਵਾਲੀਆਂ ਨੇ ਉਦੋਂ ਆਪਣਿਆਂ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਨੂੰ ਬੁਲਾ ਕੇ BBQ ਕੀਤੇ ਜਾਣ, ਇਕੱਠ ਕੀਤਾ ਜਾਵੇ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਜੇਕਰ ਦੋ ਗੱਲਾਂ ਦਾ ਧਿਆਨ ਦਿੱਤਾ ਜਾਵੇ। ਪਹਿਲੀ ਇਹ ਕਿ ਜਿਹੜੀਆਂ ਹਦਾਇਤਾਂ ਨੇ ਉਦੋਂ ਤੱਕ ਲਾਗੂ ਰਹਿਣ ਜਦੋਂ ਤੱਕ ਕੇਸਾਂ ਦੀ ਗਿਣਤੀ ਹੇਠਾਂ ਨਹੀਂ ਆ ਜਾਂਦੀ। ਨਾਲ ਦੀ ਨਾਲ ਹੋਰ ਜ਼ਿਆਦਾ ਸਕਰੀਨਿੰਗ, ਟੈਸਟਿੰਗ ਤੇ ਕੰਟੈਕਟ ਟ੍ਰੇਸਿੰਗ ਕੀਤੀ ਜਾਵੇ ਤਾਂ ਕਿ ਭਾਈਚਾਰੇ ਦੇ ਵਿੱਚ ਅੱਗੇ ਤੋਂ ਅੱਗੇ COVID-19 ਫੈਲਣਾ ਹੈ ਜੋ ਉਸ ਨੂੰ ਰੋਕਿਆ ਜਾ ਸਕੇ। ਤੇ ਦੂਜੀ ਗੱਲ ਇਹ ਕਿ ਘੱਟੋ ਘੱਟ 75% ਤੱਕ ਕੈਨੇਡਾ ਵਾਸੀ ਨੇ ਜੋ ਉਹਨਾਂ ਦੇ COVID-19 ਦੇ ਟੀਕੇ ਦੀ ਪਹਿਲੀ ਡੋਜ਼ ਦਾ ਲੱਗ ਹੀ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਹਨਾਂ ਦੋ ਗੱਲਾਂ ਦਾ ਜ਼ਿਕਰ ਕੀਤਾ ਗਿਆ, ਜਿਸ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਦੋਵੇਂ ਚੀਜ਼ਾਂ ਹੋ ਸਕਦੀਆਂ ਨੇ ਤਾਂ ਆਮ ਦੀ ਤਰ੍ਹਾਂ ਜੋ ਆਉਣ ਵਾਲੀਆਂ ਗਰਮੀਆਂ ਨੇ ਉਸ ਮੌਕੇ ਮਾਹੌਲ ਆਮ ਵਰਗਾ ਹੋ ਸਕਦਾ ਹੈ। We can't ease public health restrictions until cases are way down. We all want to have a summer where we can see our loved ones and invite friends over for barbecues. We can have that summer. We can have a one-dose summer. But for that, two things need to happen. First, restrictions need to remain in place until cases go way down with more screening, testing, and contact tracing. We need to successfully limit community transmission. Second, as Dr. Tam said, at least 75% of Canadians need to have received their first shots. ਅਗਲੀ ਖਬਰ ਹੈ ਕਿ ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਟਲ ਕਾਮੇ ਨੇ ਜਿਹੜੇ ਉਹਨਾਂ ਦੇ ਵੱਲੋਂ ਲੰਮੇ ਚਿਰ ਤੋਂ ਆਪਣੇ ਹੱਕਾਂ ਦੇ ਵਾਸਤੇ ਮੰਗ ਕੀਤੀ ਜਾ ਰਹੀ ਹੈ। ਦਰਅਸਲ COVID-19 ਦੇ ਦੌਰਾਨ ਜਦੋਂ ਕੰਮਾਂ ਤੋਂ ਹੋਟਲ ਕਾਮਿਆਂ ਨੂੰ ਹਟਾਇਆ ਗਿਆ ਤਾਂ ਉਸ ਦੌਰਾਨ ਉਹਨਾਂ ਦਾ ਕਹਿਣਾ ਸੀ ਕਿ ਕਈ ਸਾਲ ਤੋਂ ਹੋਟਲ ਦੇ ਵਿੱਚ ਕੰਮ ਕਰ ਰਹੇ ਸਨ, ਜਿਨ੍ਹਾਂ ਦੇ ਵਿੱਚ ਉੱਥੇ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਫਿਰ ਮੁੜ ਤੋਂ ਨਵੇਂ ਕਾਮਿਆਂ ਦੀ ਭਰਤੀ ਕਰ ਲਈ ਗਈ ਘੱਟ ਤਨਖਾਹਾਂ ਦੇ ਉੱਤੇ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੀਆਂ ਨੌਕਰੀਆਂ ਦੇ ਵਾਸਤੇ ਤੇ ਇਸ ਦੇ ਸਥਾਈ ਹੱਲ ਦੇ ਵਾਸਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਤੋਂ ਲੰਮੇ ਚਿਰ ਤੋਂ ਮੰਗ ਕੀਤੀ ਜਾ ਰਹੀ ਹੈ। ਇਸ ਦੇ ਬਾਰੇ ਪਹਿਲਾਂ ਵੀ ਜਾਣਕਾਰੀ ਅਸੀਂ ਤੁਹਾਨੂੰ ਦਿੱਤੀ ਸੀ। ਖਾਸ ਤੌਰ ਦੇ ਉੱਤੇ ਔਰਤਾਂ ਦੇ ਉੱਤੇ ਇਸ ਦਾ ਕਾਫੀ ਜ਼ਿਆਦਾ ਬੁਰਾ ਪ੍ਰਭਾਵ ਪਿਆ, ਜਿਨ੍ਹਾਂ ਦੇ ਵੱਲੋਂ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ ਤੇ ਹੁਣ ਉਹਨਾਂ ਕਾਮਿਆਂ ਦੇ ਹੱਕ ਵਿੱਚ NDP ਲੀਡਰ ਜਗਮੀਤ ਸਿੰਘ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ, ਜਿਨ੍ਹਾਂ ਨੇ ਕਿਹਾ ਕਿ ਉਹ ਹੋਟਲ ਕਾਮਿਆਂ ਦੇ ਹੱਕ ਦੇ ਵਿੱਚ ਨੇ ਤੇ ਉਹ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਨਾਲ ਖੜੇ ਨੇ। I want to express my solidarity on behalf of all New Democrats for the BC Unequal Women campaign. So many workers in the hotel sector have been hard hit by this pandemic, and women have been particularly hard hit and are continuing to face injustice and unfairness in the hotel sector. I stand with you. We need to fight for workers and make sure they get a fair deal. ਅਗਲੀ ਖਬਰ ਹੈ ਕਿ GTA ਯਾਨੀ ਕਿ ਗ੍ਰੇਟਰ ਟੋਰਾਂਟੋ ਏਰੀਆ ਜੋ ਉੱਥੇ ਵਾਸਤੇ ਸਬਵੇ ਤੇ ਨਾਲ ਹੀ LRT ਦੇ ਜੋ 4 ਪ੍ਰੋਜੈਕਟ ਨੇ ਇਹਨਾਂ ਦੇ ਵਾਸਤੇ ਫੈਡਰਲ ਸਰਕਾਰ ਦੇ ਵੱਲੋਂ ਫੰਡ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਮੌਕੇ ਪ੍ਰੀਮੀਅਰ ਡਗਫੋਰਡ ਨੇ ਵੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਕਿਹਾ ਕਿ ਲੰਮੇ ਚਿਰ ਤੋਂ ਇਹ ਜੋ ਪ੍ਰੋਜੈਕਟ ਨੇ ਉਹ ਪੂਰੇ ਨਹੀਂ ਸੀ ਹੋ ਪਾ ਰਹੇ, ਜਿਸ ਲਈ ਫੈਡਰਲ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਤੇ ਇਸ ਮੌਕੇ ਜੋ ਹੁਣ ਜਸਟਿਨ ਟਰੂਡੋ ਸਰਕਾਰ ਦੇ ਵੱਲੋਂ $12 ਬਿਲੀਅਨ ਤੱਕ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਕਿ ਜੋ ਵੱਖਰੇ ਪ੍ਰੋਜੈਕਟ ਨੇ ਉਸ ਦੇ ਵਿੱਚ ਜੋ LRT ਤੇ ਨਾਲ ਹੀ ਸਬਵੇ ਦੇ ਪ੍ਰੋਜੈਕਟ ਨੇ ਇੱਕ ਥਾਂ ਤੋਂ ਦੂਜੀ ਥਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਦੇ ਵਾਸਤੇ, ਪਬਲਿਕ ਟਰਾਂਸਪੋਰਟ ਦੇ ਵਿੱਚ ਹੋਰ ਜ਼ਿਆਦਾ ਵਾਧਾ ਕਰਨ ਵਾਸਤੇ ਦਾ ਸਹੂਲਤਾਂ ਦੇ ਵਿੱਚ, ਜੋ ਕਿ ਕਾਫੀ ਵੱਡਾ ਪ੍ਰੋਜੈਕਟ ਹੈ। ਇਸ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ, ਇਸ ਦੇ ਨਾਲ ਹੀ ਸਿਟੀ ਦੇ ਵੱਲੋਂ ਤੇ ਨਾਲ ਹੀ ਫੈਡਰਲ ਸਰਕਾਰ ਦੇ ਵੱਲੋਂ ਯੋਗਦਾਨ ਪਾਇਆ ਜਾਵੇਗਾ। ਇਸ ਨਿਵੇਸ਼ ਦੇ ਨਾਲ ਹੀ ਜੋ ਅੱਗੇ ਨਿਰਮਾਣ ਹੋਵੇਗਾ ਤੇ ਅੱਗੇ ਇਹਨਾਂ ਪ੍ਰੋਜੈਕਟਾਂ ਦਾ ਜਿਹੜਾ ਕੰਮ ਹੈ ਉਹ ਚੱਲੇਗਾ। ਅਗਲੀ ਖਬਰ ਹੈ ਕਿ ਓਨਟਾਰੀਓ ਸਰਕਾਰ ਨੇ ਬਜ਼ੁਰਗਾਂ ਦੇ ਵਾਸਤੇ ਐਲਾਨ ਕੀਤਾ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ 65 ਸਾਲ ਦੀ ਉਮਰ ਦੇ ਜਿਹੜੇ ਨੇ ਤੇ ਉਸ ਤੋਂ ਜ਼ਿਆਦਾ ਦੇ ਨੇ, ਉਹ ਵੀ ਉਹਨਾਂ ਦੇ ਵੱਲੋਂ ਜੋ ਦੰਦਾਂ ਦੇ ਇਲਾਜ ਦੇ ਵਾਸਤੇ ਵੱਖਰੇ ਪ੍ਰੋਗਰਾਮ ਚਲਾਏ ਗਏ ਨੇ, ਉਸ ਦੀ ਯੋਗਤਾ ਨੂੰ ਵਧਾ ਦਿੱਤਾ ਗਿਆ ਕਿ ਉਸ ਦੇ ਅਧੀਨ ਹੁਣ ਆਉਣਗੇ। ਜੋ ਇਸ ਦੇ ਬਾਰੇ ਜਾਣਕਾਰੀ ਓਨਟਾਰੀਓ ਸਰਕਾਰ ਨੇ ਦਿੱਤੀ, ਉਸ ਦੇ ਬਾਰੇ ਤੁਹਾਨੂੰ ਹੁਣ ਦੱਸਾਂਗੇ। ਓਨਟਾਰੀਓ ਸਰਕਾਰ ਦੇ ਵੱਲੋਂ ਅੱਜ ਬਜ਼ੁਰਗਾਂ ਦੇ ਵਾਸਤੇ ਖਾਸ ਐਲਾਨ ਕੀਤਾ ਗਿਆ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਓਨਟਾਰੀਓ ਦੇ ਵਿੱਚ 65 ਸਾਲ ਜਾਂ ਇਸ ਉਮਰ ਤੋਂ ਜ਼ਿਆਦਾ ਵਾਲੇ ਜੋ ਬਜ਼ੁਰਗ ਨੇ ਉਹ ਹੁਣ ਡੈਂਟਲ ਕੇਅਰ ਤੇ ਪ੍ਰਸਕ੍ਰਿਪਸ਼ਨ ਪ੍ਰੋਗਰਾਮਸ ਦੇ ਵਾਸਤੇ ਯੋਗਤਾ ਰੱਖਣਗੇ, ਜੋ ਕਿ ਉਹਨਾਂ ਦੇ ਵਾਸਤੇ ਇਹ ਪ੍ਰੋਗਰਾਮ ਬਣਾਏ ਗਏ ਨੇ ਜਿਨ੍ਹਾਂ ਦੀ ਸਾਲਾਨਾ ਕਮਾਈ ਕਾਫੀ ਘੱਟ ਹੋਵੇ। ਜਿਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਓਨਟਾਰੀਓ ਸੀਨੀਅਰ ਡੈਂਟਲ ਕੇਅਰ ਪ੍ਰੋਗਰਾਮ ਤੇ ਸੀਨੀਅਰ ਸਕੋ ਪੇਮੈਂਟ ਪ੍ਰੋਗਰਾਮ, ਇਹ ਵੱਖਰੇ ਪ੍ਰੋਗਰਾਮ ਨੇ। ਇਹਨਾਂ ਦੇ ਵਿੱਚ ਹੁਣ ਯੋਗਤਾ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ ਹੈ 1 ਅਗਸਤ ਤੋਂ, ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਨਵੀਂ ਯੋਗਤਾ ਹੈ ਉਸ ਦੇ ਵਿੱਚ ਜੇਕਰ ਕਿਸੇ ਇੱਕ ਬਜ਼ੁਰਗ ਦੀ ਸਾਲਾਨਾ ਕਮਾਈ $19,300 ਤੋਂ $22,000 ਤੱਕ ਹੋਵੇਗੀ, ਜਾਂ ਫਿਰ ਜੇਕਰ ਕੋਈ ਜੋੜਾ ਹੈ ਤਾਂ ਉਹਨਾਂ ਦੀ ਸਾਲਾਨਾ ਕਮਾਈ $32,300 ਤੋਂ $37,100 ਤੱਕ ਵੀ ਹੋਵੇਗੀ, ਤਾਂ ਉਹ ਵੀ ਇਸ ਦੇ ਵਾਸਤੇ ਯੋਗਤਾ ਰੱਖਣਗੇ। ਜਿਸ ਦੇ ਵਿੱਚ ਰੂਟੀਨ ਜੋ ਡੈਂਟਲ ਕੇਅਰ ਹੈ ਉਹ ਮੁਫਤ ਹੋਵੇਗਾ। ਇਸ ਦੇ ਨਾਲ ਹੀ ਸਾਲਾਨਾ ਕੋਈ ਵੀ ਫੀਸ ਕਟਾਉਣੀ ਨਹੀਂ ਪਵੇਗੀ ਤੇ ਨਾਲ ਹੀ ਜੋ ਪ੍ਰਸਕ੍ਰਿਪਸ਼ਨ ਹੋਵੇਗੀ ਉਸ ਦੇ ਵਿੱਚ ਜੋ ਘੱਟ ਪੈਸੇ ਦੇਣੇ ਪੈਂਦੇ ਨੇ ਉਹ ਸਹੂਲਤ ਵੀ ਮਿਲੇਗੀ। ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਇਸ ਬਦਲਾਅ ਦੇ ਆਉਣ ਦੇ ਨਾਲ 7,000 ਹੋਰ ਸੀਨੀਅਰਸ ਨੂੰ ਇਸ ਦੇ ਨਾਲ ਮਦਦ ਮਿਲੇਗੀ ਤੇ ਨਾਲ ਹੀ ਜਿਹੜਾ ਕਿ ਪ੍ਰਸਕ੍ਰਿਪਸ਼ਨ ਦੇ ਵਿੱਚ ਘੱਟ ਪੈਸਿਆਂ ਦੇ ਨਾਲ ਮਦਦ ਮਿਲਣ ਦੇ ਵਾਸਤੇ ਪ੍ਰੋਗਰਾਮ ਹੈ, ਉਸ ਦੇ ਵਿੱਚ 17,000 ਹੋਰ ਬਜ਼ੁਰਗਾਂ ਨੂੰ ਇਸ ਵਿੱਤੀ ਵਰ੍ਹੇ ਦੇ ਵਿੱਚ ਹੀ ਮਦਦ ਮਿਲੇਗੀ। ਇਸ ਦੌਰਾਨ ਕਿਹਾ ਗਿਆ ਹੈ ਕਿ ਜਿਹੜੇ ਵੀ ਇਸ ਪ੍ਰੋਗਰਾਮ ਦੇ ਵਾਸਤੇ ਯੋਗਤਾ ਰੱਖਦੇ ਹੋਣ ਉਹ ਹੁਣ ਤੋਂ ਹੀ ਅਪਲਾਈ ਕਰ ਸਕਦੇ ਨੇ, ਤਾਂ ਕਿ ਉਹਨਾਂ ਨੂੰ 1 ਅਗਸਤ ਤੋਂ ਇਹ ਮਦਦ ਮਿਲਣੀ ਸ਼ੁਰੂ ਹੋ ਜਾਵੇ। ਦਰਅਸਲ ਓਨਟਾਰੀਓ ਦੇ ਵਿੱਚ ਸਾਲ 2020 ਤੋਂ ਐਕਸ਼ਨ ਔਨ ਲਿਟਰ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ ਕਿ ਹਰ ਸਾਲ ਮਈ ਮਹੀਨੇ ਦੇ ਦੂਜੇ ਮੰਗਲਵਾਰ ਨੂੰ ਇਹ ਦਿਨ ਮਨਾਇਆ ਜਾਵੇਗਾ। ਤਾਂ ਅੱਜ ਦਾ ਇਸ ਸਾਲ ਦਾ ਉਹ ਦਿਨ ਸੀ 11 ਮਈ ਨੂੰ। ਇਸ ਸਾਲ ਦੇ ਵਾਸਤੇ ਅੱਜ ਦੇ ਉਸ ਦਿਨ ਨੂੰ ਮਨਾਇਆ ਗਿਆ ਜਦੋਂ ਓਨਟਾਰੀਓ ਵਾਸੀਆਂ ਨੂੰ ਜਾਣਕਾਰੀ ਵੀ ਦਿੱਤੀ ਗਈ ਤੇ ਨਾਲ ਹੀ ਇਸ ਮੌਕੇ ਉਹਨਾਂ ਨੂੰ ਕਿਹਾ ਗਿਆ ਕਿ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਹਰਾ ਭਰਾ ਰੱਖਣ ਦੇ ਵਾਸਤੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਵੇ। ਹਰ ਇੱਕ ਓਨਟਾਰੀਓ ਵਾਸੀ ਕਿਸ ਤਰ੍ਹਾਂ ਆਪੋ ਆਪਣੇ ਘਰ ਤੋਂ ਵੀ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਨਾਲ ਹੀ ਹਰਾ ਭਰਾ ਬਣਾਉਣ ਦੇ ਵਾਸਤੇ ਯੋਗਦਾਨ ਪਾ ਸਕਦਾ, ਇਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰੀਮੀਅਰ ਡਗਫੋਰਡ ਇੱਕ ਥਾਂ ਦੇ ਉੱਤੇ ਸਫਾਈ ਕਰਦੇ ਹੋਏ ਵੀ ਦਿਖਾਈ ਦਿੱਤੇ, ਜਿਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ਨੇ ਇਸ ਮੌਕੇ ਓਨਟਾਰੀਓ ਵਾਸੀਆਂ ਨੂੰ ਕਿਹਾ ਕਿ ਆਪਣੇ ਘਰ ਤੋਂ ਜਿਵੇਂ ਕਿ ਜ਼ਿਆਦਾ ਤੋਂ ਜ਼ਿਆਦਾ ਰੀਸਾਈਕਲ ਚੀਜ਼ਾਂ ਨੂੰ ਕੀਤਾ ਜਾਵੇ, ਕੂੜਾ ਹੈ ਜੋ ਉਹ ਘੱਟ ਬਣੇ, ਤਾਂ ਕਿ ਤੇ ਇਸ ਦੇ ਨਾਲ ਹੀ ਕੂੜੇ ਨੂੰ ਕੁਝ ਇਸ ਤਰ੍ਹਾਂ ਸੁੱਟਿਆ ਜਾਵੇ ਤਾਂ ਕਿ ਵਾਤਾਵਰਣ ਦੇ ਵਾਸਤੇ ਨੁਕਸਾਨਦਾਇਕ ਨਾ ਹੋਵੇ ਤੇ ਉਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਜਾਵੇ ਜਿਹੜੀਆਂ ਵਾਤਾਵਰਣ ਦੇ ਵਾਸਤੇ ਨੁਕਸਾਨਦਾਇਕ ਨਾ ਹੋਣ। ਤਾਂ ਕੁਝ ਇਸ ਤਰ੍ਹਾਂ ਹਰ ਇੱਕ ਓਨਟਾਰੀਓ ਵਾਸੀ ਆਪੋ ਆਪਣੇ ਪੱਧਰ ਦੇ ਉੱਤੇ ਆਪਣੇ ਘਰ ਤੋਂ ਹੀ ਜਿਸ ਮੰਤਵ ਨਾਲ ਇਸ ਦਿਨ ਨੂੰ ਮਨਾਇਆ ਗਿਆ ਉਸ ਦੇ ਵਿੱਚ ਯੋਗਦਾਨ ਪਾ ਸਕਦਾ ਹੈ ਤੇ ਪੂਰਾ ਸਾਲ ਕਿਸ ਤਰ੍ਹਾਂ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਹਰਾ ਭਰਾ ਬਣਾਉਣ ਦੇ ਵਾਸਤੇ ਆਪੋ ਆਪਣੇ ਪੱਧਰ ਦੇ ਉੱਤੇ ਕਦਮ ਚੁੱਕੇ ਜਾ ਸਕਦੇ ਨੇ, ਉਸ ਦਾ ਜ਼ਿਕਰ ਕੀਤਾ ਗਿਆ। ਅਗਲੀ ਖਬਰ ਵਿਨੀਪੈਗ ਤੋਂ ਸਾਹਮਣੇ ਆਈ। ਵਿਨੀਪੈਗ ਤੋਂ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਨੂੰ ਸੋਮਵਾਰ ਦੇ ਦਿਨ ਇੱਕ ਅਪਾਰਟਮੈਂਟ ਦੇ ਵਿੱਚੋਂ ਲਾਸ਼ ਮਿਲੀ, ਜਿਸ ਦੀ ਪਛਾਣ ਹੁਣ ਜਨਤਕ ਕੀਤੀ ਗਈ ਹੈ ਤੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ। ਵਿਨੀਪੈਗ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸੋਮਵਾਰ ਦੇ ਦਿਨ ਉਹਨਾਂ ਨੂੰ ਇੱਕ ਅਪਾਰਟਮੈਂਟ ਦੇ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਸੀ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਮੈਰੀਲੈਂਡ ਸਟਰੀਟ ਅਪਾਰਟਮੈਂਟ ਦੇ ਵਿੱਚੋਂ ਉਹਨਾਂ ਨੂੰ ਇਹ ਦੇਹ ਮਿਲੀ ਤੇ ਉਸ ਔਰਤ ਦੀ ਹੁਣ ਪਛਾਣ ਵੀ ਹੋ ਚੁੱਕੀ ਹੈ, ਜਿਸ ਦੀ ਪਛਾਣ ਦੱਸੀ ਗਈ ਹੈ ਕਿ 27 ਸਾਲਾ ਜੈਸਮਿਨ ਨਾਰਮੈਂਡ ਹੈ, ਜਿਸ ਦੀ ਕਿ ਦੇਹ ਪੁਲਿਸ ਨੂੰ ਮਿਲੀ ਤੇ ਪੁਲਿਸ ਦਾ ਮੰਨਣਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹਨਾਂ ਨੂੰ ਸਹਿਯੋਗ ਦੀ ਲੋੜ ਹੈ ਕਿ ਜੇਕਰ ਕਿਸੇ ਨੂੰ ਵੀ ਨਾਰਮੈਂਡ ਦੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦੇ ਨਾਲ 204 986 6508 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਦੇ ਬਾਰੇ ਕੋਈ ਜਾਣਕਾਰੀ ਹੋਵੇ।
ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਵਾਸਤੇ ਪਾਰਲੀਮੈਂਟ ਦੇ ਵਿੱਚ ਅੱਜ ਇੱਕ ਬਿੱਲ ਪੇਸ਼ ਕੀਤਾ ਗਿਆ, ਜਿਸ ਦੇ ਬਾਰੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ 3 ਦਿਨ ਦੇ ਵਾਸਤੇ ਬਿਮਾਰ ਹੋਣ ਦੇ ਉੱਤੇ ਜੇਕਰ ਛੁੱਟੀ ਲਈ ਜਾਂਦੀ ਹੈ ਤਾਂ ਉਹਨਾਂ 3 ਦਿਨਾਂ ਦੇ ਲਈ ਪੂਰੀ ਤਨਖਾਹ ਮਿਲੇਗੀ। ਇਸ ਦੌਰਾਨ ਕਈ ਸਵਾਲ ਇਹ ਵੀ ਸਾਹਮਣੇ ਆਏ ਨੇ ਕਿ ਜੇਕਰ 3 ਦਿਨ ਤੋਂ ਵੱਧ ਦਿਨ ਦੀ ਛੁੱਟੀ ਲਈ ਜਾਂਦੀ ਹੈ ਤਾਂ ਇੱਥੇ ਇਹ ਵੀ ਹੈ ਕਿ ਜੇਕਰ ਤੁਸੀਂ 3 ਦਿਨ ਤੋਂ ਜ਼ਿਆਦਾ ਦਿਨ ਦੇ ਵਾਸਤੇ ਕੋਵਿਡ-19 ਦੇ ਕਰਕੇ ਪ੍ਰਭਾਵਿਤ ਹੋਏ ਹੋ ਤੇ ਛੁੱਟੀ ਲੈ ਰਹੇ ਹੋ ਤਾਂ ਉਸ ਮੌਕੇ ਤੁਹਾਨੂੰ ਫੈਡਰਲ ਸਰਕਾਰ ਦੇ ਵੱਲੋਂ ਜੋ ਸਿਕਨੈਸ ਬੈਨੀਫਿਟ ਹੈ ਉਹ ਮਿਲੇਗਾ ਤੇ ਉਸ ਦੇ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ ਤੇ ਉਸ ਤੋਂ ਘੱਟ ਜੇ ਸਮਾਂ ਹੈ ਜਿਵੇਂ ਕਿ 3 ਦਿਨ ਨੇ ਤਾਂ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਉਸ ਦੇ ਬਾਰੇ ਤੁਹਾਨੂੰ ਹੁਣ ਜਾਣਕਾਰੀ ਦੇਵਾਂਗੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਉਹਨਾਂ ਦੇ ਵੱਲੋਂ ਹੁਣ 3 ਦਿਨਾਂ ਦੇ ਵਾਸਤੇ ਪੇਡ ਸਿਕ ਲੀਵ ਦੀ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਵਾਸਤੇ ਜੇਕਰ ਕੋਈ ਕੋਵਿਡ-19 ਦੇ ਕਰਕੇ ਕੰਮ ਤੇ ਨਹੀਂ ਜਾ ਸਕਿਆ ਕਾਮਾਂ ਤਾਂ ਉਸ ਮੌਕੇ ਉਸ ਨੂੰ ਪੂਰੀ ਤਨਖਾਹ ਮਿਲੇਗੀ। ਇਸ ਪ੍ਰੋਗਰਾਮ ਦੇ ਵਿੱਚ ਪਾਰਟ ਟਾਈਮ ਕਾਮੇ ਤੇ ਫੁੱਲ ਟਾਈਮ ਕਾਮੇ ਦੋਵੇਂ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਜੇਕਰ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ ਜਾਂ ਫਿਰ ਜਿਹੜੇ ਸਮੇਂ ਉਹ ਕੋਵਿਡ-19 ਦੇ ਰਿਪੋਰਟ ਹੈ ਜੋ ਉਸਦੇ ਨਤੀਜੇ ਦੀ ਉਡੀਕ ਕਰ ਰਹੇ ਹੋਣਗੇ ਤਾਂ ਉਸ ਸਮੇਂ ਜੇਕਰ ਉਹਨਾਂ ਨੇ ਖੁਦ ਨੂੰ ਇਕੱਲਿਆਂ ਰੱਖਿਆ ਹੋਇਆ ਤੇ ਉਹ ਕੰਮ ਤੇ ਨਹੀਂ ਜਾ ਸਕੇ ਤਾਂ ਉਸ ਦੌਰਾਨ ਦੀ ਉਹਨਾਂ ਨੂੰ 3 ਦਿਨ ਦੇ ਵਾਸਤੇ ਪੂਰੀ ਤਨਖਾਹ ਮਿਲੇਗੀ। ਇਸ ਦੇ ਬਾਰੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ, ਜਿਸ ਦੌਰਾਨ ਲੇਬਰ ਮੰਤਰੀ ਹੈਰੀ ਬੈਂਸ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਜਿਹੜੇ ਕਾਮੇ ਨੇ ਉਹਨਾਂ ਨੂੰ ਜੇਕਰ ਵਧੀਆ ਮਹਿਸੂਸ ਨਹੀਂ ਹੋ ਰਿਹਾ, ਸਿਹਤ ਪੱਖੋਂ ਠੀਕ ਮਹਿਸੂਸ ਨਹੀਂ ਕਰ ਰਹੇ ਤਾਂ ਉਸ ਮੌਕੇ ਵੀ ਉਹਨਾਂ ਨੂੰ ਆਪਣੀ ਜਿਹੜੀ ਤਨਖਾਹ ਹੈ ਉਹ ਗਵਾਉਣੀ ਨਹੀਂ ਪਵੇਗੀ। ਇਸ ਦੇ ਨਾਲ ਹੀ ਜਿਹੜੇ ਬਿਜ਼ਨਸ ਕੋਵਿਡ-19 ਦੇ ਕਰਕੇ ਪ੍ਰਭਾਵ ਹੇਠ ਨੇ ਕਿ ਉਹਨਾਂ ਦਾ ਨੁਕਸਾਨ ਹੋਇਆ ਹੈ, ਅਜਿਹੇ ਵਪਾਰੀਆਂ ਨੂੰ ਇਸ ਮੌਕੇ ਸਰਕਾਰ ਦੇ ਵੱਲੋਂ ਮਦਦ ਵੀ ਦਿੱਤੀ ਜਾਵੇਗੀ। ਇਸ ਮੌਕੇ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਪ੍ਰੋਗਰਾਮ ਦਸੰਬਰ 31 ਤੱਕ ਫਿਲਹਾਲ ਲਾਗੂ ਰਹੇਗਾ ਤੇ ਫਿਰ ਜੇਕਰ ਕਾਮਾ 3 ਦਿਨ ਤੋਂ ਵੱਧ ਦੇ ਸਮੇਂ ਦੇ ਵਾਸਤੇ ਬਿਮਾਰ ਹੋਵੇ ਤਾਂ ਉਸ ਮੌਕੇ ਉਹ ਫੈਡਰਲ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਿਕਨੈਸ ਬੈਨੀਫਿਟ ਦੇ ਰਾਹੀਂ ਵਿੱਤੀ ਮਦਦ ਨੂੰ ਲੈ ਸਕਦਾ ਹੈ। ਇਸ ਸਮੇਂ ਪੇਡ ਸਿਕ ਲੀਵ ਮਿਲਣੀ ਆਖਿਰ ਸ਼ੁਰੂ ਕਦੋਂ ਤੋਂ ਹੋਣੀ ਹੈ ਇਸ ਦੇ ਬਾਰੇ ਹਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ, ਕਿਉਂਕਿ ਇਸ ਸੰਬੰਧੀ ਹਜੇ ਬਿੱਲ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਗਿਆ ਹੈ। There are two parts to this legislation. The first is an immediate measure to support workers and businesses as we continue the battle against this pandemic. The amendment will provide up to 3 days of sick leave related to COVID-19 at full pay. This includes circumstances for any worker who self-isolates when they feel ill, who has been exposed to the virus, stays home to follow public health guidelines, or is awaiting test results. We know that the most important and effective way to prevent transmission of COVID-19 is to stay home and self-isolate. This leave is good for workers, good for businesses, and will help our economy recover faster. At the same time, we know that many businesses are also struggling to survive. That's why the new COVID-19 paid sick leave will include province reimbursing businesses up to $200 per day per employee. Employers will be required to pay their workers their regular wages, and government will reimburse them up to $200 a day per worker. If a worker is sick for longer than 3 days, this program bridges the gap to the federal Canada Recovery Sickness Benefit that provides up to 4 weeks of support. ਅੱਗੇ ਹੈ ਕਿ ਐਲਬਰਟਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਕਿ 5 ਮਈ ਨੂੰ ਜੋ ਉਹਨਾਂ ਨੇ ਪੀਐਨਪੀ ਦਾ ਡਰਾਅ ਕੱਢਿਆ ਸੀ ਉਸ ਦੇ ਬਾਰੇ ਤੁਹਾਨੂੰ ਹੁਣ ਦੱਸਾਂਗੇ। ਐਲਬਰਟਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਪੀਐਨਪੀ ਦੇ ਤਹਿਤ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਦੇ ਵਿੱਚ ਇਨਵੀਟੇਸ਼ਨ ਭੇਜੇ ਨੇ, ਜਿਸ ਦੇ ਵਾਸਤੇ ਘੱਟੋ ਘੱਟ ਜੋ ਸਕੋਰ ਹੈ ਇਸ ਵਾਰ ਉਹ 300 ਤੱਕ ਰਿਹਾ। 5 ਮਈ ਨੂੰ ਇਹ ਤਾਜ਼ਾ ਡਰਾਅ ਕੱਢਿਆ ਗਿਆ, ਜਿਸ ਦੇ ਵਿੱਚ 250 ਇਮੀਗ੍ਰੈਂਟ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਗਏ ਨੇ। ਸਾਲ 2021 ਵਿੱਚ ਐਲਬਰਟਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜੋ ਡਰਾਅ ਕੱਢਿਆ ਗਿਆ ਉਸ ਦੇ ਵਿੱਚ ਹੁਣ ਤੱਕ ਘੱਟੋ ਘੱਟ ਜੋ ਸਕੋਰ ਰਿਹਾ ਉਹ 300 ਤੱਕ ਹੀ ਰਿਹਾ, ਜੋ 5 ਮਈ ਨੂੰ ਡਰਾਅ ਕੱਢਿਆ ਗਿਆ। ਐਲਬਰਟਾ ਐਕਸਪ੍ਰੈਸ ਐਂਟਰੀ ਸਟਰੀਮ ਦੇ ਵਾਸਤੇ ਉਹ ਐਲੀਜੀਬਲ ਹੋ ਜਾਣਗੇ ਕੈਂਡੀਡੇਟ ਜਿਨ੍ਹਾਂ ਨੂੰ ਇਨਵੀਟੇਸ਼ਨ ਗਏ ਨੇ, ਜਿਸ ਤੋਂ ਬਾਅਦ ਉਹਨਾਂ ਨੂੰ 600 CRS ਪੁਆਇੰਟ ਮਿਲ ਜਾਣਗੇ ਤੇ ਫਿਰ ਉਹ ਐਕਸਪ੍ਰੈਸ ਐਂਟਰੀ ਸਿਸਟਮ ਦੇ ਅਧੀਨ ਕੈਨੇਡਾ ਦੀ PR ਦੇ ਵਾਸਤੇ ਫਾਈਲ ਲਗਾ ਸਕਦੇ ਨੇ। ਐਲਬਰਟਾ ਸੂਬਾ ਸਾਲ 2021 ਵਿੱਚ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੇ ਜਿਹੜੇ ਉਹਨਾਂ ਨੂੰ ਹੁਣ ਤੱਕ 1659 ਇਨਵੀਟੇਸ਼ਨ ਭੇਜ ਚੁੱਕਿਆ ਹੈ, ਜੋ ਕਿ PNP ਦੇ ਵਾਸਤੇ ਭੇਜੇ ਗਏ ਨੇ। ਐਲਬਰਟਾ ਨੂੰ ਇਜਾਜ਼ਤ ਸੀ ਕਿ PNP ਦੇ ਤਹਿਤ ਸਾਲ 2020 ਵਿੱਚ 6250 ਤੱਕ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਜਾ ਸਕਦੇ ਨੇ, ਪਰ ਉਹਨਾਂ ਦੇ ਵੱਲੋਂ 4000 ਇਨਵੀਟੇਸ਼ਨ ਹੀ ਭੇਜੇ ਗਏ ਸਨ। 11 ਮਈ ਦਾ ਦਿਨ ਕੈਨੇਡਾ ਵਿੱਚ ਮਰਦਮਸ਼ੁਮਾਰੀ ਦਾ ਦਿਨ ਸੀ,
ਤੇ ਇਸ ਦਿਨ ਮੌਕੇ ਸਾਰੇ ਹੀ ਕੈਨੇਡਾ ਵਾਸੀਆਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਵੀ ਸੰਦੇਸ਼ ਦਿੱਤਾ ਗਿਆ ਕਿ ਸਾਰਿਆਂ ਦੇ ਵੱਲੋਂ ਆਪਣੀ ਗਿਣਤੀ ਤੇ ਨਾਲ ਹੀ ਜਾਣਕਾਰੀ ਜੋ ਸਹੀ ਜਾਣਕਾਰੀ ਜ਼ਰੂਰ ਦਿੱਤੀ ਜਾਵੇ, ਜਿਸ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੂੰ ਫਾਇਦਾ ਹੋ ਸਕਦਾ, ਉਸ ਦੇ ਬਾਰੇ ਉਹਨਾਂ ਨੇ ਕਈ ਗੱਲਾਂ ਦੱਸੀਆਂ। ਕੈਨੇਡਾ ਵਿੱਚ ਅੱਜ ਸੈਂਸਸ ਡੇ ਹੈ, ਯਾਨੀ ਕਿ ਮਰਦਮਸ਼ੁਮਾਰੀ ਦਾ ਦਿਨ। 11 ਮਈ ਨੂੰ ਮਰਦਮਸ਼ੁਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਵਾਸਤੇ ਪਹਿਲਾਂ ਤੋਂ ਫਾਰਮ ਦਿੱਤੇ ਗਏ ਸੀ। ਕੈਨੇਡਾ ਵਾਸੀਆਂ ਨੂੰ ਭਰਨ ਦੇ ਵਾਸਤੇ ਜਾਣਕਾਰੀ ਦੱਸਿਆ ਗਿਆ ਸੀ। ਇਸ ਦੇ ਬਾਰੇ PNCN ਦੇ ਉੱਤੇ ਵੀ ਅਸਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਕਿਵੇਂ ਪੰਜਾਬੀ ਭਾਈਚਾਰੇ ਦੇ ਵਿੱਚੋਂ ਇਸ ਸੰਬੰਧੀ ਜੋ ਜਾਣਕਾਰੀ ਹੈ ਭਰੀ ਜਾ ਸਕਦੀ ਹੈ, ਜਿਸ ਦੇ ਨਾਲ ਸਹੀ ਗਿਣਤੀ ਹੋ ਸਕੇਗੀ ਕਿ ਕਿੰਨਾ ਕੁ ਪੰਜਾਬੀ ਭਾਈਚਾਰਾ ਕੈਨੇਡਾ ਦੇ ਵਿੱਚ ਰਹਿੰਦਾ ਹੈ। ਤੇ ਇਸੇ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਅੱਜ ਖਾਸ ਤੌਰ ਦੇ ਉੱਤੇ ਆਪਣਾ ਬਿਆਨ ਜਾਰੀ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਸ ਦਿਨ ਦੇ ਦੌਰਾਨ ਜਦੋਂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸ ਜਾਣਕਾਰੀ ਦੇ ਨਾਲ ਸਟੈਟਿਸਟਿਕਸ ਕੈਨੇਡਾ ਨੂੰ ਅੱਗੇ ਅੰਕੜੇ ਬਣਾਉਣ ਦੇ ਵਿੱਚ ਕਾਫੀ ਜ਼ਿਆਦਾ ਮਦਦ ਮਿਲਦੀ ਹੈ। ਇਸ ਨਾਲ ਹੀ ਇੱਥੇ ਵੀ ਸਥਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਕੈਨੇਡਾ ਵਾਸੀ ਗਿਣਤੀ ਦੇ ਵਿੱਚ ਜ਼ਰੂਰ ਆਵੇ, ਤਾਂ ਕਿ ਜੋ ਕੈਨੇਡਾ ਵਾਸੀਆਂ ਨੂੰ ਸਹੂਲਤਾਂ ਮਿਲਦੀਆਂ ਨੇ, ਜਿਵੇਂ ਕਿ ਬੱਚਿਆਂ ਦੇ ਵਾਸਤੇ ਜੋ ਸਹੂਲਤਾਂ ਦਿੱਤੀਆਂ ਜਾਣੀਆਂ ਨੇ, ਪਰਿਵਾਰਾਂ ਨੂੰ ਮਦਦ ਮਿਲਣੀ ਹੈ, ਬਜ਼ੁਰਗਾਂ ਦੇ ਵਾਸਤੇ ਸਹੂਲਤਾਂ ਦਿੱਤੀਆਂ ਜਾਣੀਆਂ ਨੇ, ਵਿੱਤੀ ਪੱਧਰ ਦੇ ਉੱਤੇ ਮਦਦ ਦਿੱਤੀ ਜਾਣੀ ਹੈ, ਤਾਂ ਵੱਖੋ ਵੱਖਰੇ ਪ੍ਰੋਗਰਾਮਸ ਵੀ ਉਸ ਗਿਣਤੀ ਦੇ ਉੱਤੇ ਆਧਾਰਿਤ ਤੈਅ ਕੀਤੇ ਜਾਣ ਤੇ ਇਸ ਦੇ ਉੱਤੇ ਅੱਗੇ ਫੈਸਲੇ ਲਏ ਜਾਣ, ਜਿਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱਜ ਖਾਸ ਤੌਰ ਦੇ ਉੱਤੇ ਗੱਲਾਂ ਕਹੀਆਂ ਗਈਆਂ। Hello everyone, bonjour à tous, and happy Census Day. Canada's census is an important questionnaire that will help Statistics Canada gather the information we need to build programs that work best for you and your family. Grâce au recensement, les parents vont pouvoir recevoir leur chèque d'allocation canadienne pour enfants. Les aînés vont recevoir leur prestation de sécurité de la vieillesse. Et on pourra s'assurer de dénombrer tous les Canadiens. And as we continue to respond to the social and economic impacts of COVID-19, it is more important than ever that we pursue data-driven solutions. The 2021 census data will help us continue to adapt to the pandemic's current and lasting impacts. It'll play a key role in helping us make sure that what we're doing as a government meets your needs. On veut trouver de vraies solutions aux vrais problèmes d'aujourd'hui et de demain, et on continuera de faire tout ce qu'il faut aussi longtemps qu'il le faudra pour assurer votre sécurité, protéger votre santé et vous soutenir. To build programs that will help all Canadians get ahead, we need your help. So if you haven't already, fill out your census and let's build a better future together. ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।